ਕਿ ਮੈਂ ਪਹਿਲਾਂ ਹੀ ਸਰਕਾਰੀ ਨੌਕਰੀ ਕਰ ਰਿਹਾ ਸੀਗਾ, ਪਰ ਮੇਰਾ ਜਿਹੜਾ ਸ਼ੌਕ ਸੀ ਉਹ ਪੜ੍ਹਾਉਣ ਦਾ ਸੀ, ਅਧਿਆਪਨ ਕਿੱਤੇ ਜਾਣ ਦਾ ਸੀਗਾ। ਸੋ ਜਦੋਂ ਬੀਐਡ ਕਰ ਰਿਹਾ ਸੀਗਾ ਤੇ ਮੇਰੀ ਇੰਗੇਜਮੈਂਟ ਹੋ ਚੁੱਕੀ ਸੀਗੀ ਤੇ ਮੈਰਿਜ ਜਿਹੜੀ ਸੀ ਸਾਡੀ ਉਹ ਫਰਵਰੀ ਦੇ ਵਿੱਚ ਹੋਣੀ ਸੀ ਤੇ ਉਹ ਸਾਡੀ ਮੈਰਿਜ ਤੋਂ ਇੱਕ ਦਿਨ ਪਹਿਲਾਂ ਸੀ, 22 ਫਰਵਰੀ ਨੂੰ ਮੇਰੀ ਮੈਰਿਜ ਸੀਗੀ। ਐਜੂਕੇਸ਼ਨ ਸੀ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਮੈਂ ਆਪਣੇ ਸਾਰੇ ਜੀਵਨ ਦੀ ਜਿਹੜੀ ਮੇਰੀ ਐਜੂਕੇਸ਼ਨ ਹੈ ਉਹ ਪ੍ਰਾਈਵੇਟ ਕੀਤੀ, ਮੈਂ ਜਾਂ ਕੋਰਸਪੋਂਡੈਂਸ ਐਜੂਕੇਸ਼ਨ ਕੀਤੀ ਹੈ। ਮੈਨੂੰ ਲਿਖਣ ਦਾ ਸ਼ੌਕ ਸੀਗਾ, ਉਹਦੇ ਲਈ ਫਿਰ ਮੈਂ ਜਰਨਲਿਜ਼ਮ ਵੀ ਕੀਤੀ, ਮੈਂ ਮਾਸਟਰ ਇਨ ਜਰਨਲਿਜ਼ਮ ਜਿਹੜੀ ਆ ਉਹ ਵੀ ਕੀਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਤੇ ਉਸ ਤੋਂ ਬਾਅਦ ਫਿਰ ਮੈਂ ਜਿਹੜਾ ਲਗਭਗ ਸਨ 2000 ਤੋਂ ਰੋਜ਼ਾਨਾ ਅਜੀਤ ਲਈ ਲਿਖਿਆ, ਹੋਰ ਅਖਬਾਰਾਂ ਲਈ ਵੀ ਲਿਖਿਆ, ਪਰ ਅਜੀਤ ਲਈ ਮੈਂ ਲਿਖਦਾ ਰਿਹਾ, ਹੁਣ ਵੀ ਕੰਮ ਕਰ ਰਹੇ ਹਾਂ ਅਜੀਤ ਦੇ ਲਈ। ਸੋ ਬੜਾ ਦੇਖ ਰਹੇ ਹੋ ਨਿਡਰ ਸੋਚ ਤੇ ਮੈਂ ਸੁਖਦੇਵ ਸਿੰਘ ਨਿਕੂਵਾਲ। ਪਿਆਰੇ ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਕਿ ਅਸੀਂ ਹਰ ਵਾਰ ਇੱਕ ਨਵੀਂ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਉਂਦੇ ਹਾਂ। ਇਸ ਵਾਰ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਵਾਂਗੇ ਜੋ ਪ੍ਰਿੰਸੀਪਲ ਨੇ ਡੀਏਵੀ ਸਕੂਲ ਦੇ। ਸਾਡੇ ਨਾਲ ਨੇ ਹਰਦੀਪ ਸਿੰਘ ਜੀ ਢੀਂਡਸਾ। ਸਭ ਤੋਂ ਪਹਿਲਾਂ ਤਾਂ ਸਵਾਗਤ। ਧੰਨਵਾਦ ਜੀ ਤੁਹਾਡਾ। ਸਰ, ਤੁਸੀਂ ਪ੍ਰਿੰਸੀਪਲ ਹੋ ਤੇ ਜੇਕਰ ਗੱਲ ਤੁਹਾਡੇ ਪਿਛੋਕੜ ਦੀ ਕੀਤੀ ਜਾਵੇ, ਕਿੱਥੋਂ ਤੁਹਾਡਾ ਜਿਹੜਾ ਜਨਮ ਹੈ, ਕਿੱਥੋਂ ਬਚਪਨ ਬੀਤਿਆ ਜੀ, ਪਰਿਵਾਰਕ ਪਿਛੋਕੜ ਕੀ ਹੈ ਜੀ? ਦੇਖੋ, ਸਾਡਾ ਪਰਿਵਾਰਕ ਪਿਛੋਕੜ ਸਾਡਾ ਪਿੰਡ ਹੀ ਹੈ, ਇਹੀ ਬੇਲਪੁਰ ਪਿੰਡ ਦੇ ਵਿੱਚ। ਇੱਥੇ ਅਸੀਂ ਜੰਮੇ ਪਲੇ ਹਾਂ, ਇੱਥੇ ਖੇਡੇ ਹਾਂ, ਬਚਪਨ ਵੀ ਸਾਡਾ ਇੱਥੇ ਬੀਤਿਆ। ਔਰ ਇੱਥੋਂ ਹੀ ਸਾਡੇ ਜਿਹੜੇ ਪਰਿਵਾਰ ਸੀ, ਸਾਡਾ ਸਾਂਝਾ ਪਰਿਵਾਰ ਹੁੰਦਾ ਸੀ ਪਹਿਲਾਂ। ਤੇ ਸਾਡੇ ਮਾਤਾ ਪਿਤਾ ਜਿਹੜੇ ਆ ਦੋਨੇ ਹੀ ਉਹਨੇ ਹੀ ਬੜੀ ਮੁਸ਼ੱਕਤ ਕੀਤੀ। ਮੇਰੇ ਪਿਤਾ ਜੀ ਸਰਦਾਰ ਗੁਰਦਿਆਲ ਸਿੰਘ ਜੀ ਤੇ ਮੇਰੇ ਮਾਤਾ ਜਿਹੜੇ ਹੁਣ ਸਾਡੇ ਕੋਲ ਜਾ ਚੁੱਕੇ ਆ ਨਰਿੰਜਨ ਕੌਰ ਜੀ, ਤੇ ਉਹਨਾਂ ਦੀ ਬਦੌਲਤ ਔਰ ਬਾਕੀ ਜਿਹੜਾ ਸਾਡਾ ਪਰਿਵਾਰ ਹੈ ਉਹਨਾਂ ਸਾਰਿਆਂ ਦੀ ਬਦੌਲਤ ਅੱਜ ਇਸ ਮੁਕਾਮ 'ਤੇ ਪਹੁੰਚੇ ਆ। ਸੋ ਇੱਥੇ ਪਿੰਡ ਦੇ ਵਿੱਚ ਹੀ ਖੇਡੇ ਆ, ਇਹਨਾਂ ਗਲੀਆਂ ਦੇ ਵਿੱਚ। ਤੇ ਮਾਤਾ ਪਿਤਾ ਮੇਰੇ ਦੋਨੇ ਅਨਪੜ੍ਹ ਸੀਗੇ, ਪਰ ਉਹਨਾਂ ਨੇ ਮੈਨੂੰ ਇੱਕ ਚੰਗਾ ਪਲੇਟਫਾਰਮ ਪੜ੍ਹਨ ਦੀ ਜਿਹੜੀ ਸੀਗੀ ਉਹਨਾਂ ਦੇ ਵਿੱਚ, ਉਹਨਾਂ ਨੂੰ ਪਤਾ ਸੀ ਸਿੱਖਿਆ ਦੀ ਜਿਹੜੀ ਕੀਮਤ ਕੀ ਹੈ। ਸੋ ਉਹਦੇ ਲਈ ਉਹਨਾਂ ਨੇ ਮੈਨੂੰ ਜਿਹੜਾ ਇੱਕ ਪਲੇਟਫਾਰਮ ਦਿੱਤਾ। ਤੇ ਜੇਕਰ ਗੱਲ ਸਿੱਖਿਆ ਦੀ ਕੀਤੀ ਜਾਵੇ, ਤੁਸੀਂ ਕਿੱਥੋਂ ਤੱਕ ਜਿਹੜੀ ਹੈ ਸਿੱਖਿਆ ਹਾਸਲ ਕੀਤੀ ਹੈ ਤੇ ਕਿੰਨੀ ਕੁ ਜਿਹੜੀ ਹੈ ਸਿੱਖਿਆ ਤੁਸੀਂ ਕਿੱਥੋਂ ਹਾਸਲ ਕੀਤੀ ਹੈ ਤੇ ਕਿਹੜੇ ਸਕੂਲ ਤੋਂ ਜਾਂ ਕਾਲਜ ਤੋਂ, ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਜੀ? ਸੁਖਦੇਵ ਜੀ, ਜਿਹੜੇ ਗੱਲ ਸਿੱਖਿਆ ਦੀ ਹੈ ਤਾਂ ਉਹਦੇ ਵਿੱਚ ਮੈਂ ਦੱਸਦਾ ਕਿ ਜਿਹੜੀ ਸਾਡੀ ਪ੍ਰਾਇਮਰੀ ਐਜੂਕੇਸ਼ਨ ਸੀ ਮੇਰੀ, ਉਹ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਨੂਰਪੁਰ ਬੇਦੀ ਤੋਂ ਕੀਤੀ। ਔਰ ਉਸ ਵੇਲੇ ਉਹ ਜਿਹੜਾ ਸਕੂਲ ਸੀਗਾ ਵੈਸੇ ਵੀ ਝੁੰਗੀ ਵਾਲਾ ਹੀ ਸਕੂਲ ਸੀਗਾ, ਉਹਨੂੰ ਛੱਪਰਾਂ ਵਾਲਾ ਸਕੂਲ ਕਹਿੰਦੇ ਸੀਗੇ। ਔਰ ਉਸ ਤੋਂ ਬਾਅਦ 6ਵੀਂ ਕਲਾਸ ਫਿਰ ਸਰਕਾਰੀ ਹਾਈ ਸਕੂਲ ਹੁੰਦਾ ਸੀ ਉਦੋਂ, ਅੱਜ ਕੱਲ੍ਹ ਦਾ ਸੀਨੀਅਰ ਸੈਕੰਡਰੀ ਜਾਂ ਨੂਰਪੁਰ ਬੇਦੀ, ਉੱਥੋਂ ਕੀਤੀ ਹੈ। ਔਰ ਉਸ ਤੋਂ ਬਾਅਦ 7ਵੀਂ ਪਾਸ ਕਰਨ ਤੋਂ ਬਾਅਦ ਮੇਰੇ, ਕਿਉਂਕਿ ਜਿਵੇਂ ਮੈਂ ਦੱਸਿਆ ਸਾਡੀ ਜੁਆਇੰਟ ਫੈਮਿਲੀ ਸੀਗੀ, ਸੋ ਮੇਰੇ ਤਾਇਆ ਜੀ ਦੇ ਬੇਟੇ ਜਿਹੜੇ ਸੀ ਸੁਰਜੀਤ ਸਿੰਘ, ਉਹ ਜੇਈ ਲੱਗੇ ਸੀਗੇ ਉਸ ਵੇਲੇ। ਉਹ ਫਿਰ ਅੰਮ੍ਰਿਤਸਰ ਉਹਨਾਂ ਦੀ ਪੋਸਟਿੰਗ ਹੋਈ। ਸੋ ਉਹ ਮੈਨੂੰ ਵੀ ਤੇ ਮੇਰੇ ਉਹਨਾਂ ਦਾ ਜਿਹੜਾ ਭਰਾ ਸੀ ਛੋਟਾ ਸੋਹਣ ਸਿੰਘ, ਅੱਜ ਕੱਲ੍ਹ ਪੁਲਿਸ ਵਿੱਚ ਆ, ਉਹ ਵੀ ਨਾਲ, ਅਸੀਂ ਦੋਨੇ ਜਣੇ ਸਾਨੂੰ ਨਾਲ ਲੈ ਗਏ। ਫਿਰ ਅਸੀਂ 8ਵੀਂ ਤੋਂ ਲੈ ਕੇ ਜਿਹੜੀ 10ਵੀਂ ਤੱਕ ਦੀ ਮੇਰੀ ਪੜ੍ਹਾਈ ਹੈ ਉਹ ਖਾਲਸਾ ਕਾਲਜ ਹਾਇਰ ਸੈਕੰਡਰੀ ਸਕੂਲ ਅੰਮ੍ਰਿਤਸਰ ਤੋਂ ਜਿਹੜੀ ਕੀਤੀ ਹੈ। ਸੋ ਉਸ ਤੋਂ ਬਾਅਦ ਜਿਹੜੀ ਹਾਇਰ ਐਜੂਕੇਸ਼ਨ ਹੈ ਜਾਂ ਪਲੱਸ 2 ਦੀ ਗੱਲ ਕਰ ਲਈਏ, ਫਿਰ ਮੈਂ ਵਾਪਸ ਅਸੀਂ ਪਿੰਡ ਆ ਗਏ ਕਿਉਂਕਿ ਉਹਨਾਂ ਦੀ ਬਦਲੀ ਹੋ ਗਈ ਸੀ। ਅਤੇ ਫਿਰ ਅਸੀਂ ਨੂਰਪੁਰ ਬੇਦੀ ਹੀ ਮੈਂ +1 ਔਰ +2 ਨੋਨ ਮੈਡੀਕਲ ਨਾਲ ਕੀਤੀ। ਉਸ ਤੋਂ ਬਾਅਦ ਫਿਰ ਕਰਨ ਤੋਂ ਬਾਅਦ ਹੀ ਮੈਂ BSc ਨੋਨ ਮੈਡੀਕਲ ਦਾ ਜਿਹੜਾ ਦਾਖਲਾ ਸੀ ਰੋਪੜ 'ਚ ਲੈ ਲਿਆ, ਕਾਲਜ ਦੇ ਵਿੱਚ, ਸਰਕਾਰੀ ਕਾਲਜ ਦੇ। ਪਰ ਉਸੇ ਦੌਰਾਨ ਜਿਹੜਾ ਇੱਕ ਡਿਪਲੋਮਾ ਸੀ ਸੈਰੀਕਲਚਰ ਦਾ, ਉਹ ਆਇਆ ਅਖਬਾਰ ਦੇ ਵਿੱਚ, ਉਹਦੇ 'ਚ ਅਪਲਾਈ ਕੀਤਾ ਅਤੇ ਮੇਰੀ ਜਿਹੜੀ ਹੈ ਉੱਥੇ ਸਿਲੈਕਸ਼ਨ ਹੋ ਗਈ ਅਤੇ ਉਹ ਡਿਪਲੋਮਾ ਜਿਹੜਾ ਫਿਰ ਕੀਤਾ। ਔਰ ਉਸੇ ਦੌਰਾਨ ਉਹ ਡਿਪਲੋਮਾ ਜਿਹੜਾ ਸੀਗਾ ਉਹਦੇ 'ਚ ਸਾਡਾ ਜਿਹੜਾ ਉਹਨੇ ਬੌਂਡ ਭਰਾਇਆ ਕਿ ਤੁਹਾਨੂੰ ਜੋਬ ਜਿਹੜੀ ਨਾਲ ਹੀ ਮਿਲੂਗੀ ਜੋਬ, ਪਰ ਉਹ ਮਿਲੀ ਨਹੀਂ। ਫਿਰ ਉਸ ਤੋਂ ਬਾਅਦ ਜਿਹੜਾ ਮੈਂ ਟੈਸਟ ਦਿੱਤਾ ਅਤੇ PAU ਲੁਧਿਆਣੇ ਦੇ ਵਿੱਚ ਮੈਂ BSc ਐਗਰੀਕਲਚਰ ਕਰਨ ਲੱਗ ਗਿਆ। ਸੋ ਜਦੋਂ ਉੱਥੇ BSc ਐਗਰੀਕਲਚਰ ਦਾ ਤੀਜਾ ਸਮੈਸਟਰ ਸ਼ੁਰੂ ਹੋਇਆ ਅਤੇ ਉਸੇ ਵੇਲੇ ਜਿਹੜਾ ਮੈਨੂੰ ਫਿਰ ਅਪਾਇੰਟਮੈਂਟ ਲੈਟਰ ਜਿਹੜਾ ਇੰਟਰਵਿਊ ਆ ਗਈ ਔਰ ਮੈਨੂੰ ਜਿਹੜੀ ਸਰਕਾਰੀ ਨੌਕਰੀ ਮਿਲ ਗਈ, ਹਾਰਟੀਕਲਚਰ ਡਿਪਾਰਟਮੈਂਟ ਦੇ ਵਿੱਚ ਸੀਗੀ। ਸੋ ਇਸ ਤਰ੍ਹਾਂ ਫਿਰ ਉਹ ਜਦੋਂ ਮੈਂ ਕਰਨ ਲੱਗ ਗਿਆ, ਫਿਰ ਮੈਂ ਸੋਚਿਆ ਕਿ ਮੇਰੀ ਜਿਹੜੀ ਐਜੂਕੇਸ਼ਨ ਹੈ ਉਹ ਬੜੀ +2 ਰਹਿ ਗਈ ਅਤੇ ਮੈਨੂੰ ਪੜ੍ਹਨ ਦਾ ਬੜਾ ਸ਼ੌਕ ਸੀਗਾ। ਅਤੇ ਮੈਂ ਫਿਰ ਪ੍ਰਾਈਵੇਟ ਜਿਹੜੀ ਹੈ ਉੱਥੋਂ BA ਕਰਨੀ ਸ਼ੁਰੂ ਕੀਤੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮੈਂ ਪ੍ਰਾਈਵੇਟ ਜਿਹੜੀ ਹੈ BA ਕੀਤੀ। ਔਰ ਉਸ ਤੋਂ ਬਾਅਦ ਫਿਰ ਮੈਂ MA ਹਿਸਟਰੀ ਪੰਜਾਬ ਯੂਨੀਵਰਸਿਟੀ ਤੋਂ ਕੀਤੀ। ਔਰ ਉਸੇ ਦੌਰਾਨ ਫਿਰ B.Ed ਦੀ ਸੀਗਾ ਅਤੇ ਫਿਰ ਮੈਂ B.Ed, ਮੇਰਾ ਸ਼ੌਕ ਸੀਗਾ ਕਿ ਮੈਂ ਅਧਿਆਪਨ ਕਿੱਤੇ ਜਾਵਾਂ। ਭਾਵੇਂ ਮੈਂ ਉੱਧਰ ਜੋਬ ਕਰਦਾ ਸੀਗਾ, ਸਰਕਾਰੀ ਨੌਕਰੀ ਸੀ, ਪਰ ਮੇਰਾ ਜਿਹੜਾ ਸ਼ੌਕ ਸੀ ਉਹ ਪੜ੍ਹਾਉਣ ਵੱਲ ਸੀਗਾ। ਅਤੇ ਮੈਂ ਇੱਥੇ ਵੀ ਜਿਹੜਾ ਉਦੋਂ ਨੌਕਰੀ ਭਾਵੇਂ ਉੱਥੇ ਕਰਦਾ ਸੀ, ਕਈ ਵਾਰ ਬੱਚੇ ਮੇਰੇ ਕੋਲ ਪੜ੍ਹਨ ਆ ਜਾਂਦੇ ਸੀ, ਮੈਨੂੰ ਇੰਨਾ ਸ਼ੌਕ ਸੀ ਕਿ ਮੈਂ ਉਦੋਂ ਵੀ ਪੜ੍ਹਾਉਂਦਾ ਹੁੰਦਾ ਸੀ। ਅਤੇ ਫਿਰ ਮੈਂ B.Ed ਉੱਥੋਂ ਕੀਤੀ। ਔਰ B.Ed ਕਰਨ ਤੋਂ ਬਾਅਦ ਜਿਹੜਾ ਹੈ ਅਤੇ ਮੈਨੂੰ DAV ਹਾਈ ਸਕੂਲ ਤਖਤਗੜ੍ਹ ਦੇ ਵਿੱਚ ਜਿਹੜੀ ਹੈ ਇੱਥੇ ਪੋਸਟ ਨਿਕਲੀ ਅਤੇ ਮੈਂ ਇੱਥੇ ਜਿਹੜੀ ਸਿਲੈਕਸ਼ਨ ਹੋਈ, ਮੇਰੀ ਇੰਟਰਵਿਊ ਹੋਈ ਆ ਅਤੇ ਇੱਥੇ ਮੇਰੀ ਜਿਹੜੀ ਸਿਲੈਕਸ਼ਨ ਹੋ ਗਈ 1997 'ਚ। ਅਤੇ ਅਧਿਆਪਨ ਦੇ ਕਿੱਤੇ ਬਾਰੇ ਜੇਕਰ ਗੱਲ ਕੀਤੀ ਜਾਵੇ, ਕਿਸ ਤਰੀਕੇ ਨਾਲ ਤੁਸੀਂ ਪ੍ਰੇਰਿਤ ਹੋਏ ਹੋ, ਕਿਸ ਤੋਂ ਵੀ ਹਾਂ ਵੀ ਮੈਂ ਅਧਿਆਪਨ ਦੇ ਕਿੱਤੇ ਵਿੱਚ ਜਾਵਾਂਗਾ? ਅਤੇ B.Ed ਦੇ ਸਫ਼ਰ ਦੀ ਜਿਹੜੀ ਤੁਹਾਡੀ ਗੱਲਬਾਤ ਹੋਈ ਸੀ ਕਿ ਕੀ ਖਾਸ ਇੱਕ ਜਿਹੜੇ B.Ed ਦੇ ਪੇਪਰ ਜਿਹੜੇ ਤੁਹਾਡੇ ਰਹੇ ਨੇ, ਕਿਸ ਤਰ੍ਹਾਂ ਯਾਦ ਕਰ ਰਹੇ ਨੇ?
ਦੇਖੋ ਉਹਦੇ 'ਚ ਇਹ ਗੱਲ ਸੀਗੀ ਬੜੀ ਖਾਸ ਜਿਹੜੀ ਬੀਐਡ ਦੀ ਮੈਂ ਦੱਸਣੀ ਚਾਹੁੰਦਾ। ਇਹ ਮੇਰੀ ਲਾਈਫ ਦਾ ਇੱਕ ਬੜਾ ਅਹਿਮ ਪਹਿਲੂ ਮੈਂ ਮੰਨਦਾ ਆਪਣੀ ਲਾਈਫ ਦੇ ਵਿੱਚ ਕਿ ਮੈਂ ਪਹਿਲਾਂ ਹੀ ਸਰਕਾਰੀ ਨੌਕਰੀ ਕਰ ਰਿਹਾ ਸੀਗਾ, ਪਰ ਮੇਰਾ ਜਿਹੜਾ ਸ਼ੌਕ ਸੀ ਉਹ ਪੜ੍ਹਾਉਣ ਦਾ ਸੀ, ਅਧਿਆਪਨ ਕਿੱਤੇ ਜਾਣ ਦਾ ਸੀਗਾ। ਸੋ ਜਦੋਂ ਮੈਂ ਬੀਐਡ ਕੀਤੀ ਤੇ ਮੈਂ ਜਦੋਂ ਬੀਐਡ ਕਰ ਰਿਹਾ ਸੀਗਾ ਤੇ ਮੇਰੀ ਇੰਗੇਜਮੈਂਟ ਹੋ ਚੁੱਕੀ ਸੀਗੀ ਤੇ ਮੈਰਿਜ ਜਿਹੜੀ ਸੀ ਸਾਡੀ ਉਹ ਫਰਵਰੀ ਦੇ ਵਿੱਚ ਹੋਣੀ ਸੀ ਤੇ ਜਿਹੜੇ ਪੇਪਰ ਸੀ ਸਾਡੇ ਦਸੰਬਰ 'ਚ ਸੀਗੇ। ਪਰ ਕਿਸੇ ਕਾਰਨ ਉਹ ਜਿਹੜੇ ਪੇਪਰ ਹੈ ਮੁਲਤਵੀ ਹੋ ਗਏ ਤੇ ਉਹ ਜਿਹੜੇ ਪੇਪਰ ਫਰਵਰੀ ਵਿੱਚ ਆ ਗਏ ਤੇ ਉੱਧਰ ਮੇਰੀ ਮੈਰਿਜ ਵੀ ਸੀਗੀ। ਸੋ 21 ਫਰਵਰੀ ਨੂੰ ਉਸ ਸਾਲ ਜਿਹੜਾ ਹੈ ਉਹ ਸਾਡੀ ਮੈਰਿਜ ਤੋਂ ਇੱਕ ਦਿਨ ਪਹਿਲਾਂ ਸੀ, 22 ਫਰਵਰੀ ਨੂੰ ਮੇਰੀ ਮੈਰਿਜ ਸੀਗੀ। ਤੇ ਜਦੋਂ ਡੇਟ ਸ਼ੀਟ ਆਈ ਤੇ ਬੜਾ ਹੈਰਾਨੀ ਹੋਈ ਕਿ ਮੇਰਾ ਜਿਸ ਦਿਨ ਸਾਡੇ ਘਰ ਮੇਰੇ ਵਿਆਹ ਤੋਂ ਇੱਕ ਦਿਨ ਪਹਿਲਾਂ, ਬਰਾਤ ਤੋਂ ਇੱਕ ਦਿਨ ਪਹਿਲਾਂ ਮੇਰਾ ਪੇਪਰ ਸੀਗਾ ਤੇ ਮੇਰੇ ਲਈ ਬੜਾ ਇੱਕ ਚੁਣੌਤੀ ਭਰਾ ਫੈਸਲਾ ਸੀਗਾ। ਤੇ ਮੇਰੇ ਦੋਸਤ ਪਰਮਿੰਦਰ ਸਿੰਘ ਅੱਜ ਕੱਲ੍ਹ ਇੱਥੇ ਇੰਜੀਨੀਅਰ ਨੇ NFL ਦੇ ਵਿੱਚ, ਅਸੀਂ ਦੋਨੇ ਹੀ ਇਕੱਠੇ ਬੀਐਡ ਕਰ ਰਹੇ ਸੀ। ਸੋ ਮੈਂ ਉਹਨੂੰ ਕਿਹਾ ਕਿ ਮੈਂ ਤਾਂ ਸਰਕਾਰੀ ਨੌਕਰੀ ਕਰਦਾ, ਵੀ ਤੂੰ ਆਪਣੇ ਪੇਪਰ ਦੇ, ਕੋਈ ਗੱਲ ਨਹੀਂ ਮੈਂ ਨੈਕਸਟ ਸਾਲ ਤੇ ਕਰ ਲੂੰਗਾ। ਪਰ ਉਹਨੇ ਮੈਨੂੰ ਥੋੜ੍ਹਾ ਜਿਹਾ ਪ੍ਰੇਰਿਤ ਕੀਤਾ ਵੀ ਨਹੀਂ, ਇਹ ਤਾਂ ਇੱਕ ਸਾਲ ਪਿੱਛੇ ਚਲੇ ਜਾਣੀ ਆ। ਫਿਰ ਮੇਰੇ ਮਨ 'ਚ ਵੀ ਸੀ ਵੀ ਮੈਂ ਟੀਚਰ ਬਣਨਾ, ਮੈਂ ਐਜੂਕੇਸ਼ਨ ਲਾਈਨ 'ਚ ਆਉਣਾ ਤੇ ਮੈਂ ਵੀ ਨਹੀਂ ਚਾਹੁੰਦਾ ਕਿ ਮੇਰੀ ਬੀਐਡ ਜਿਹੜੀ ਹੈਗਾ ਉਹ ਨਾ ਹੋਵੇ। ਸੋ ਮੈਂ ਫਿਰ ਇਹ ਫੈਸਲਾ ਕੀਤਾ ਵੀ ਕੋਈ ਗੱਲ ਨਹੀਂ, ਮੈਰਿਜ ਹੈ ਤੇ ਮੈਰਿਜ ਵੀ ਕਰਾਉਂਦੇ ਆ ਤੇ ਨਾਲ ਬੀਐਡ ਵੀ ਕਰਨੀ ਹੈ। ਸੋ ਜਿਸ ਦਿਨ ਸਾਡੇ ਘਰ ਇੱਥੇ ਮੇਰੇ ਨਾਨਕ ਛਕ ਆਣੀ ਸੀਗੀ, ਨਾਨਕਾ ਮੇਲ ਆਉਣਾ ਸੀਗਾ, ਮੇਰਾ ਉਸ ਦਿਨ ਪੇਪਰ ਸੀ ਜਲੰਧਰ। ਸੋ ਫਿਰ ਅਸੀਂ ਦੋਨੇ ਜਣੇ ਜਿਹੜੇ ਸਵੇਰੇ ਸਵੇਰੇ ਇੱਥੋਂ ਜਲਦੀ ਸਕੂਟਰ 'ਤੇ ਗਏ। ਉਸ ਵੇਲੇ ਸਕੂਟਰ 'ਤੇ ਜਾ ਕੇ ਅਸੀਂ ਉੱਥੇ ਜਾ ਕੇ ਬੀਐਡ ਕਾਲਜ ਜਿਹੜਾ ਸੀਗਾ ਜਲੰਧਰ, ਉੱਥੇ ਪੇਪਰ ਦਿੱਤਾ ਔਰ ਪੇਪਰ ਦੇ ਕੇ ਫਿਰ ਵਾਪਸ ਜਿਹੜਾ ਆਏ। ਤੇ ਜਦੋਂ ਵਾਪਸ ਆਏ ਫਿਰ ਅਸੀਂ ਉਸ ਤੋਂ ਬਾਅਦ ਇੱਥੇ ਨਾਨਕੇ ਆਏ। ਵਿਆਹ ਵਾਲਾ ਮਾਹੌਲ ਸੀਗਾ, ਮੇਰਾ ਹੀ ਵਿਆਹ ਸੀ ਤੇ ਦੂਸਰੇ ਦਿਨ ਬਰਾਤ ਸੀ, ਉਸ ਦਿਨ ਸੰਡੇ ਸੀਗਾ। ਸੋ ਸੰਡੇ ਨੂੰ ਬਰਾਤ ਗਏ ਤੇ ਮੰਡੇ ਨੂੰ ਫਿਰ ਮੇਰਾ ਪੇਪਰ ਸੀਗਾ ਬੀਐਡ ਦਾ, ਸਾਈਕੋਲੋਜੀ ਦਾ ਪੇਪਰ ਸੀਗਾ। ਤੇ ਫਿਰ ਮੈਂ ਫੈਸਲਾ ਕੀਤਾ ਵੀ ਨਹੀਂ ਚਲੋ ਪੇਪਰ ਛੱਡ ਦਿੰਦੇ ਆ। ਪਰ ਪਰਮਿੰਦਰ ਮੇਰਾ ਦੋਸਤ ਜਿਹੜਾ ਸੀਗਾ, ਭਰਾ ਹੈ ਮੇਰਾ, ਉਹਨੇ ਫਿਰ ਇਹੀ ਕਿਹਾ ਕਿ ਨਹੀਂ ਆਪਾਂ ਪੇਪਰ ਦੇਣਾ ਹੈ। ਤੇ ਰਾਤ ਨੂੰ ਸਾਡੇ ਰਿਸੈਪਸ਼ਨ ਵੀ ਸੀ ਮੇਰੀ, ਅਸੀਂ ਕੋਈ ਲਗਭਗ 1 ਵੱਜ ਗਿਆ ਸਾਨੂੰ। ਅਸੀਂ ਸਾਰੇ ਰਿਸ਼ਤੇਦਾਰ ਹੋਰ ਜਿਹੜੇ ਸੀਗੇ ਉਹਨਾਂ ਦੀ ਮਹਿਮਾਨ ਨਵਾਜ਼ੀ ਕਰਦੇ ਤੇ 3 ਵਜੇ ਜਾ ਕੇ ਅਸੀਂ ਫੈਸਲਾ ਕੀਤਾ ਵੀ ਪੇਪਰ ਦੇਣਾ ਹੈ। ਤੇ ਫਿਰ ਸਾਰੇ ਘਰ ਦੇ ਮੈਨੂੰ ਮਨਾ ਕਰਦੇ ਸੀ ਵੀ ਨਹੀਂ ਤੂੰ ਰਹਿਣ ਦੇ, ਠੀਕ ਨਹੀਂ ਹੈ, ਵਿਆਹ ਹੈ, ਤੂੰ ਨੌਕਰੀ ਲੱਗਿਆ ਹੋਇਆ, ਕੀ ਲੋੜ ਹੈ। ਤਾਂ ਫਿਰ ਵੀ ਪਰਮਿੰਦਰ ਦੀ ਪ੍ਰੇਰਨਾ ਸੀ, ਕੁਛ ਮੇਰਾ ਵੀ ਸ਼ੌਕ ਸੀਗਾ ਤੇ ਅਸੀਂ ਰਾਤ ਨੂੰ ਲੇਟ ਵੀ ਸੁੱਤੇ, ਪਰ 1 ਘੰਟੇ ਹੀ ਸੁੱਤੇ ਉਸ ਦਿਨ। ਤੇ ਸਵੇਰੇ ਫਿਰ ਜੋ ਘਰ ਦੀਆਂ ਰਸਮਾਂ ਹੁੰਦੀਆਂ, ਅਸੀਂ ਸਵੇਰੇ ਫਿਰ ਇੱਥੋਂ 5 ਵਜੇ ਸਕੂਟਰ ਲੈ ਕੇ ਚੱਲ ਪਏ। ਸਵੇਰੇ ਜਦੋਂ ਫਿਰ ਅਸੀਂ ਸਕੂਟਰ ਲੈ ਕੇ ਚੱਲ ਪਏ, ਉਸ ਦਿਨ ਜਿਹੜਾ ਸੀਗਾ ਪੈਟਰੋਲ ਪੰਪਾਂ ਦੀ ਜਿਹੜੀ ਹੜਤਾਲ ਸੀਗੀ ਤੇ ਜਦੋਂ ਅਸੀਂ ਦੇਖਿਆ ਵੀ ਸਕੂਟਰ 'ਚ ਵੀ ਇੰਨਾ ਤੇਲ ਨਹੀਂ ਸੀਗਾ ਤੇ ਰਸਤੇ 'ਚ ਮੇਰਾ ਦੋਸਤ ਸੀਗਾ ਪਟਵਾਰੀ ਤਰਸੇਮ ਲਾਲ ਗੱਦੀਵਾਲ ਤੋਂ, ਉਹਨਾਂ ਦੇ ਘਰ ਗਏ। ਉਹਨੇ ਦੱਸਿਆ ਵੀ ਮੇਰੇ ਸਕੂਟਰ, ਤੁਸੀਂ ਕਹਿੰਦਾ ਮੇਰਾ ਸਕੂਟਰ ਹੀ ਲੈ ਜਾਓ। ਨਹੀਂ ਕਿ ਸਕੂਟਰ ਠੀਕ ਹੈ, ਤੂੰ ਤੇਲ ਦੇ ਦੇ। ਅਸੀਂ ਉੱਥੋਂ ਤੇਲ ਪਵਾਇਆ ਤੇ ਅੱਗੇ ਚਲੇ ਗਏ ਤੇ ਅੱਗੇ ਜਾ ਕੇ ਗੜਸ਼ੰਕਰ ਜਾ ਕੇ ਸਾਨੂੰ ਇੱਕ ਪੰਪ 'ਚੋਂ ਕਿਤੇ ਬੜੀ ਮਿਹਨਤ ਨਾਲ ਤੇਲ ਮਿਲਿਆ ਤੇ ਅਸੀਂ ਜਾ ਕੇ ਪੇਪਰ ਆਪਣਾ ਦਿੱਤਾ। ਸੋ ਫਿਰ ਉੱਥੇ ਦੀ ਵੀ ਘਟਨਾ ਬੜੀ ਅਜੀਬ ਜਿਹੀ ਸੀਗੀ ਤੇ ਕਿਉਂਕਿ ਪੜ੍ਹਿਆ ਤਾਂ ਹੈ ਨਹੀਂ ਸੀ, ਮੈਂ ਸਕੂਟਰ ਦੇ ਪਿੱਛੇ ਬੈਠ ਗਿਆ ਤੇ ਮੈਂ ਪਰਮਿੰਦਰ ਨੂੰ ਕਿਹਾ ਵੀ ਤੂੰ ਸਕੂਟਰ ਡਰਾਈਵ ਕਰ ਤੇ ਮੈਂ ਪੜ੍ਹ ਲਾਂ ਥੋੜ੍ਹਾ ਬਹੁਤਾ, ਮੈਂ ਤਾਂ ਪੇਪਰ ਦੇਣਾ। ਤੇ ਜਦੋਂ ਪੇਪਰ ਅਸੀਂ ਬੰਗਿਆਂ ਕੋਲ ਪਹੁੰਚੇ ਤੇ ਉੱਥੇ ਜਾ ਕੇ ਮੈਂ ਉਹਨੂੰ ਦੱਸਿਆ ਵੀ ਹਾਂ ਠੀਕ ਆ। ਉਹਦੇ 'ਚ ਕਿਉਂਕਿ ਸਾਈਕੋਲੋਜੀ ਦਾ ਪੇਪਰ ਸੀ, ਮੈਥ ਦਾ ਕੁਝ ਪੋਰਸ਼ਨ ਸੀ, ਮੀਨ ਮੋਡ ਮੀਡੀਅਨ ਦੇ ਕੁਐਸਚਨ ਆਉਂਦੇ ਸੀ, ਉਹ ਫਿਰ ਮੈਨੂੰ ਆਉਂਦਾ ਸੀ ਮੈਥ ਨੋਨ ਮੈਡੀਕਲ ਕਰਕੇ। ਤੇ ਉੱਥੇ ਜਦੋਂ ਅਸੀਂ ਗਏ ਤੇ ਮੈਂ ਉਹਨੂੰ ਕਿਹਾ ਵੀ ਹੁਣ ਤੂੰ ਪੜ੍ਹ, ਮੈਂ ਸਕੂਟਰ ਚਲਾਉਣਾ। ਅੱਗੇ ਮੈਂ ਚਲਾਇਆ ਤੇ ਜਲੰਧਰ ਅਸੀਂ ਉਸ ਕਾਲਜ ਦੇ ਵਿੱਚ ਜਿੱਥੇ ਪੇਪਰ ਸੀਗਾ ਸਾਡਾ, ਉੱਥੇ ਅਸੀਂ ਅੱਧਾ ਪੌਣਾ ਘੰਟਾ ਪਹਿਲਾਂ ਪਹੁੰਚ ਗਏ। ਔਰ ਜਦੋਂ ਉੱਥੇ ਪਹੁੰਚੇ ਤੇ ਮੈਂ ਪਰਮਿੰਦਰ ਨੂੰ ਕਿਹਾ ਵੀ ਤੂੰ ਪੜ੍ਹ ਲੈ, ਮੈਂ ਥੋੜ੍ਹੀ ਦੇਰ ਰੈਸਟ ਕਰ ਲੈਣਾ, ਮੈਨੂੰ ਨੀਂਦ ਆਈ ਵੀ ਤੇ ਥੱਕੇ ਹੋਏ ਆ 2 ਦਿਨ ਦੇ, ਤੇ ਤੂੰ ਪੜ੍ਹ ਲੈ। ਤੇ ਉਹ ਪੜ੍ਹ ਰਿਹਾ ਸੀਗਾ ਤੇ ਪੜ੍ਹਦੇ ਪੜ੍ਹਦੇ ਉਹਨੂੰ ਵੀ ਨੀਂਦ ਆ ਗਈ। ਅਸੀਂ ਉੱਥੇ ਗਰਾਊਂਡ ਵਿੱਚ ਬੈਠੇ ਸੀਗੇ ਔਰ ਗਰਾਊਂਡ ਦੇ ਵਿੱਚ ਹੀ ਜਿਹੜਾ ਹੈ ਦੋਨੇ ਜਣੇ ਸੌਂ ਗਏ ਤੇ ਉੱਧਰ ਪੇਪਰ ਸਟਾਰਟ ਹੋ ਗਿਆ, ਸਾਨੂੰ ਪਤਾ ਨਹੀਂ ਲੱਗਿਆ। ਉਹ ਤਾਂ ਅਚਾਨਕ 9:40 ਤੇ ਕੋਈ ਇੱਕ ਸਕੂਟਰ ਸਾਡੇ ਕੋਲੋਂ ਲੰਘਿਆ ਤੇ ਸਾਨੂੰ ਜਾਗ ਆਈ ਜਦੋਂ ਅਸੀਂ ਦੇਖਿਆ ਵੀ ਇਕੱਲੇ ਹੀ ਬੈਠੇ ਆ ਸਾਰੇ ਜਿਹੜੇ ਸਟੂਡੈਂਟ ਤੇ ਉਹਦਾ ਬੀਐਡ ਦੇ ਪੇਪਰ ਅੰਦਰ ਦੇ ਰਹੇ ਆ। ਤੇ ਫਿਰ ਜਦੋਂ ਅਸੀਂ ਉੱਠੇ ਆ ਬੜੀ ਮੁਸ਼ਕਿਲ ਨਾਲ ਜਾ ਕੇ ਬਾਥਰੂਮ ਜਾ ਕੇ ਮੂੰਹ ਧੋਤਾ ਤੇ ਦੇਖਿਆ ਵੀ ਟਾਈਮ ਜਿਹੜਾ 9:40 ਹੋ ਗਿਆ ਤੇ ਉਹਨਾਂ ਨੂੰ ਰਿਕੁਐਸਟ ਕੀਤੀ, ਉਹਨੇ ਸਾਨੂੰ ਚਲੋ ਬਿਠਾਇਆ ਪੇਪਰ ਦੇ ਵਿੱਚ। ਸੋ ਇਸ ਤਰ੍ਹਾਂ ਅਸੀਂ ਉਹ ਪੇਪਰ ਜਿਹੜਾ ਦਿੱਤਾ ਤੇ ਇਸ ਤਰ੍ਹਾਂ ਮੈਰਿਜ ਦੇ ਵਿੱਚ ਮੈਂ ਆਪਣੀ ਬੀਐਡ ਕੀਤੀ। ਸੋ ਪੇਰੈਂਟਸ ਵੀ ਗੁੱਸੇ ਸੀ, ਰਿਸ਼ਤੇਦਾਰ ਵੀ ਕਈ ਨਾਰਾਜ਼ ਹੋਏ ਵੀ ਨਹੀਂ ਇਹ ਤੂੰ ਗਲਤ ਕਰ ਰਿਹਾ ਤੇ ਪਰ ਕੁਛ ਡਿਟਰਮੀਨੇਸ਼ਨ ਸੀਗੀ ਤੇ ਪ੍ਰੇਰਨਾ ਵੀ ਸੀ ਦੋਸਤ ਦੀ ਤੇ ਅੱਜ ਬੀਐਡ ਫਿਰ ਕੀਤੀ। ਸੋ ਬੀਐਡ ਤੋਂ ਬਾਅਦ ਫਿਰ ਜਿਹੜੀ ਮੈਂ ਐਮਏ ਹਿਸਟਰੀ ਕੀਤੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ, ਪ੍ਰਾਈਵੇਟ ਕੀਤੀ। ਤੇ ਉਸ ਤੋਂ ਬਾਅਦ ਫਿਰ ਡੀਏਵੀ ਸਕੂਲ ਜਿਹੜੀਆਂ ਪੋਸਟਾਂ ਨਿਕਲੀਆਂ ਤੇ ਉਹਦੇ ਵਿੱਚ ਫਿਰ ਮੇਰੀ ਜਿਹੜੀ ਸਿਲੈਕਸ਼ਨ ਹੋਈ ਹੈ। ਵੈਸੇ ਸੱਚੀ ਗੱਲ ਹੈ, ਕਿਉਂਕਿ ਜੇਕਰ ਕਿਸੇ ਦੀ ਪ੍ਰੇਰਨਾ ਹੋਵੇ ਤਾਂ ਤੁਸੀਂ ਸ਼ਾਇਦ ਇੱਥੇ ਤੱਕ ਨਾ ਪਹੁੰਚਦੇ। ਤੇ ਤੁਸੀਂ ਡੀਏਵੀ ਸਕੂਲ 'ਚ ਐਜ਼ ਪ੍ਰਿੰਸੀਪਲ ਕੰਮ ਕਰ ਰਹੇ ਹੋ ਤੇ ਜੇਕਰ ਡੀਏਵੀ ਸਕੂਲ ਦਾ ਇਤਿਹਾਸ ਕੋਈ ਜਾਣਨਾ ਹੋਵੇ ਉਹਦੇ ਬਾਰੇ ਥੋੜ੍ਹਾ 2 ਸ਼ਬਦ। ਦੇਖੋ ਡੀਏਵੀ ਸਕੂਲ ਜਿਹੜਾ ਹੈ ਤਖਤਗੜ੍ਹ, ਇਹ ਸਾਡੇ ਨੂਰਪੁਰ ਬੇਦੀ ਇਲਾਕੇ ਦਾ ਸਭ ਤੋਂ ਪੁਰਾਣਾ ਸਕੂਲ ਹੈ। ਇਸ ਸਕੂਲ ਨੇ ਬਹੁਤ ਨਾਮੀ ਜਿਹੜੇ ਲੋਕ ਹੈ ਪੈਦਾ ਕੀਤੇ ਹੈ।
ਸੋ ਮੈਂ ਸਮਝਦਾ ਵੀ ਮੇਰਾ ਚੰਗੇ ਭਾਗ ਹੈ ਵੀ ਇਹ ਸਾਨੂੰ ਇਹੋ ਜਿਹੀ ਸੰਸਥਾ 'ਚ ਕੰਮ ਕਰਨ ਦਾ ਮੌਕਾ ਮਿਲਿਆ, ਕਿਉਂਕਿ ਜਦੋਂ ਵੀ ਉੱਥੇ ਆਪਾਂ ਹੁਣ ਦੇਖਦੇ ਹਾਂ, ਜਦੋਂ ਪੁਰਾਣਾ ਜਿਹੜਾ ਸਮਾਂ ਸੀਗਾ ਤਾਂ ਉਸ ਵੇਲੇ ਜਿੰਨੇ ਵੀ ਪੁਰਾਣੇ ਬਜ਼ੁਰਗ ਸਾਡੇ ਕੋਲ ਆਉਂਦੇ ਆ ਉਹ ਸਾਨੂੰ ਦੱਸਦੇ ਆ ਕਿ ਪਹਿਲਾਂ ਜਿਹੜਾ ਸਭ ਤੋਂ ਪੁਰਾਣਾ ਸਕੂਲ ਸੀ ਔਰ 10ਵੀਂ ਕਲਾਸ ਜਿਹੜੀ ਸ਼ੁਰੂ ਹੋਈ ਆ ਉਹ DAV ਸਕੂਲ 'ਚ ਹੋਈ ਤਖਤਗੜ੍ਹ 'ਚ ਹੀ। ਤਾਂ ਉਸ ਤੋਂ ਪਹਿਲਾਂ ਜਿਹੜਾ ਸੀਗਾ ਲੋਕ ਜਿਹੜੇ ਹੈ ਉਹ ਸੰਦੋਗੜ੍ਹ ਜਾਂ ਹੁਸ਼ਿਆਰਪੁਰ ਊਨਾ ਪੇਪਰ ਦੇਣ ਜਾਂਦੇ ਰਹੇ ਆ। ਸੋ ਇਹ ਸਭ ਤੋਂ ਪਹਿਲਾ ਸੈਂਟਰ ਵੀ ਇੱਥੇ ਬਣਿਆ ਸੀ ਔਰ ਮੈਂ ਸਮਝਦਾ ਵੀ ਜੇ ਸਾਡੇ ਇਲਾਕੇ 'ਚ ਐਜੂਕੇਸ਼ਨ ਦਾ ਕੋਈ ਦੀਵਾ ਜਗਿਆ ਹੈ ਤਾਂ ਉਹ DAV ਸਕੂਲ ਦੇ ਕਰਕੇ ਜਗਿਆ। ਜੇ ਉਸ ਵੇਲੇ DAV ਸਕੂਲ ਨਾ ਹੁੰਦਾ, ਇਸ ਦੀ ਜਿਹੜੀ ਕਮੇਟੀ ਸੀ ਰਾਏ ਬਿਕਰਮ ਚੰਦ ਸੀਗੇ ਪਹਿਲਾਂ, ਚੌਧਰੀ ਰਾਮ ਪ੍ਰਕਾਸ਼ ਜੀ ਸੀਗੇ ਤਖਤਗੜ੍ਹ ਤੋਂ। ਸੋ ਉਹਨਾਂ ਲੋਕਾਂ ਨੇ ਇੱਕ ਉਹਨਾਂ ਦੀ ਲੋਕਾਂ ਦੀ ਵੱਡੀ ਸੋਚ ਸੀਗੀ ਵੀ ਉਹਨਾਂ ਨੇ ਸੋਚਿਆ ਵੀ ਇਲਾਕੇ 'ਚ ਇੱਕ ਸਕੂਲ, ਕਿਉਂਕਿ ਜਦੋਂ ਆਜ਼ਾਦੀ ਤੋਂ ਬਾਅਦ ਅਸੀਂ ਅਗਰ ਦੇਖੀਏ ਤਾਂ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਸਰਕਾਰੀ ਪੱਧਰ ਤੇ ਬਹੁਤੀ ਕੋਸ਼ਿਸ਼ ਨਹੀਂ ਹੋਈ ਸੀਗੀ, ਪਰ ਉਹਨਾਂ ਲੋਕਾਂ ਦੀ ਇੱਕ ਵੱਡੀ ਸੋਚ ਸੀ ਕਿ ਸਾਡਾ ਇਲਾਕਾ ਜਿਹੜਾ ਪਿਛੜਿਆ ਇਲਾਕਾ ਜਿਹਨੂੰ ਕਹਿੰਦੇ ਆ, ਇਹ ਸ਼ਿਵਾਲਿਕ ਦੀਆਂ ਔਰ ਸਤਲੁਜ ਦੇ ਵਿਚਕਾਰ ਜਿਹੜਾ ਦੂਣੀ ਦਾ ਇਲਾਕਾ ਇਹਨੂੰ ਕਹਿੰਦੇ ਆ, ਵੀ ਇਹਦੀ ਜਿਹੜੇ ਇਹਦੇ ਬੱਚੇ ਆ ਇੱਥੋਂ ਦੇ ਪੈਦਾ ਹੋਣ, ਚੰਗੇ ਅਫਸਰ ਬਣਨ। ਸੋ ਉਹਨਾਂ ਦੀ ਇੱਕ ਵੱਡੀ ਸੋਚ ਸੀ। ਸੋ ਉਹਨਾਂ ਨੇ ਇੱਕ ਵੱਡੀ ਸੋਚ ਨੂੰ ਲੈ ਕੇ DAV ਸਕੂਲ ਜਿਹੜਾ ਬਣਾਇਆ ਸੀਗਾ। ਸੋ ਮੈਂ ਸਮਝਦਾ ਵੀ ਇਹ ਚਾਨਣ ਬਖੇਰ ਰਿਹਾ ਅੱਜ ਵੀ ਸਾਰੇ। ਤੇ ਤੁਸੀਂ ਗੱਲ ਕੀਤੀ ਹੈ ਪ੍ਰਿੰਸੀਪਲ ਦੀ, ਕਿਉਂਕਿ ਅਧਿਆਪਨ ਵਜੋਂ ਤੁਸੀਂ ਜੁੜੇ ਹੋ DAV ਸਕੂਲ ਦੇ ਨਾਲ, ਤੇ ਕਦੋਂ ਤੁਸੀਂ ਪ੍ਰਿੰਸੀਪਲ ਦਾ ਚਾਰਜ ਸੰਭਿਆ ਜੀ ਤੇ ਕਿਵੇਂ ਦੀਆਂ ਚੁਣੌਤੀਆਂ ਰਹੀਆਂ ਨੇ? ਦੇਖੋ, ਇਹਦੇ 'ਚ ਇਸ ਤਰ੍ਹਾਂ ਸੀ ਕਿ ਮੇਰੇ ਤੋਂ ਪਹਿਲਾਂ ਉਸ ਸਕੂਲ 'ਚ ਮੈਂ 1997 ਦੇ ਵਿੱਚ ਸ਼ੁਰੂ ਕੀਤੀ ਆਪਣੀ ਨੌਕਰੀ, ਔਰ ਉਸ ਵੇਲੇ ਕੇਵਲ ਕ੍ਰਿਸ਼ਨ ਕਾਂਡਾ ਜੀ ਸੀ, ਫਿਰ ਉਸ ਤੋਂ ਬਾਅਦ ਕਮਲਦੇਵ ਸ਼ਰਮਾ ਜੀ ਆਏ। ਸੋ ਉਹਨਾਂ ਨੇ ਵੀ ਆਪਣੇ ਟਾਈਮ 'ਚ, ਉਹਨਾਂ ਤੋਂ ਪਹਿਲਾਂ ਜਿਹੜੇ ਸੀਗੇ ਦਿਨਕਰ ਨਾਥ ਜੀ, ਸੋ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਉਸ ਸਕੂਲ ਦੇ ਲਈ। ਸੋ ਉਹਨਾਂ ਸਾਰਿਆਂ ਲੋਕਾਂ ਨੇ ਇੰਨਾ ਉਸ ਸਕੂਲ ਦੇ ਲਈ ਕੀਤਾ ਕਿ ਉਹ ਸਕੂਲ ਜਿਹੜਾ ਤਰੱਕੀ ਕਰਦਾ ਰਿਹਾ। ਸੋ ਮੈਨੂੰ 2009 ਦੇ ਵਿੱਚ ਜਾ ਕੇ ਜਿਹੜਾ ਹੈਗਾ ਅਕਤੂਬਰ ਦੇ ਵਿੱਚ ਇਹ ਪ੍ਰਿੰਸੀਪਲ ਦੇ ਤੌਰ ਤੇ ਜਿਹੜੀ ਸੇਵਾ ਕਰਨ ਦਾ ਮੌਕਾ ਮਿਲਿਆ, ਔਰ ਇਹ ਇੱਕ ਟੀਮ ਵਰਕ ਹੈ, ਸਾਰੇ ਸਟਾਫ ਦੇ ਨਾਲ ਸਹਿਯੋਗ ਦੇ ਨਾਲ ਜਿਹੜਾ ਹੈ ਕੰਮ ਕਰ ਰਹੀ ਹੈ। ਤੇ ਜੇਕਰ ਗੱਲ ਕੀਤੀ ਜਾਵੇ ਤਜਰਬਿਆਂ ਦੀ, ਕਿਵੇਂ ਦੇ ਤਜਰਬੇ ਜਿਹੜੇ ਐਜ਼ ਪ੍ਰਿੰਸੀਪਲ ਤੁਸੀਂ ਜਿਹੜੇ ਹੰਢਾਏ ਨੇ, ਤੇ ਜੇ ਗੱਲ ਅਵਾਰਡ ਦੀ ਵੀ ਨਾਲ ਇਹ ਕੀਤੀ ਜਾਵੇ, ਕਿਹੜੇ ਕਿਹੜੇ ਅਵਾਰਡ, ਕਿਉਂਕਿ ਐਜੂਕੇਸ਼ਨ ਦੇ ਮਾਮਲੇ 'ਚ ਸਭ ਤੋਂ ਪੁਰਾਣਾ ਸਕੂਲ ਹੈ, ਕਿੰਨੇ ਕੁ ਜਿਹੜੇ ਅਵਾਰਡ ਨੇ ਉਹ ਮਿਲ ਚੁੱਕੇ ਨੇ? ਦੇਖੋ ਸੁਖਦੇਵ ਜੀ, 'ਚ ਗੱਲ ਇਹ ਆ ਵੀ ਜੇ ਗੱਲ ਕਰੀਏ, ਮੈਂ ਸ਼ੁਰੂ ਤੋਂ ਹੀ ਜਦੋਂ ਆਪਣਾ ਯੂਥ ਪੀਰੀਅਡ ਮੈਂ ਕਹਿ ਸਕਦਾ, ਅਸੀਂ ਯੂਥ ਕਲੱਬਾਂ ਦੇ ਵਿੱਚ ਕੰਮ ਕੀਤਾ। ਮੈਂ ਜ਼ਿਲ੍ਹਾ ਯੂਥ ਤਾਲਮੇਲ ਕਮੇਟੀ ਦਾ ਜਨਰਲ ਸੈਕਟਰੀ ਵੀ ਰਿਹਾ। ਇਸ ਤੋਂ ਬਿਨਾਂ ਨਹਿਰੂ ਯੁਵਾ ਕੇਂਦਰ ਨਾਲ ਬਹੁਤ ਦੇਰ ਜੁੜੇ ਰਹੇ ਆ, ਔਰ ਸਨ 2000 ਦੇ ਵਿੱਚ ਮੈਨੂੰ ਡਿਸਟ੍ਰਿਕਟ ਯੂਥ ਅਵਾਰਡ ਵੀ ਮਿਲਿਆ ਸੀ ਨਹਿਰੂ ਯੁਵਾ ਕੇਂਦਰ ਗਵਰਨਮੈਂਟ ਆਫ ਇੰਡੀਆ ਵੱਲੋਂ। ਸੋ ਉਸ ਤੋਂ ਬਾਅਦ ਬਹੁਤ ਸਾਰੇ ਕਲੱਬਾਂ ਦੇ ਨਾਲ ਕੰਮ ਕੀਤਾ, ਔਰ ਇਹ ਚੇਟਕ ਜਿਹੜੀ ਸੀ ਸਾਨੂੰ ਨਹਿਰੂ ਯੁਵਾ ਕੇਂਦਰ ਤੋਂ ਲੱਗੀ ਹੈ। ਸੋ ਨਹਿਰੂ ਯੁਵਾ ਕੇਂਦਰ ਨੇ ਬਹੁਤ ਕੁਝ ਸਿਖਾਇਆ, ਲੀਡਰਸ਼ਿਪ ਕੁਆਲਿਟੀ ਸਾਡੇ ਵਿੱਚ ਆਈ ਹੈ। ਨਹੀਂ ਤਾਂ ਇੱਕ ਇਸ ਤਰ੍ਹਾਂ ਦਾ ਟਾਈਮ ਸੀ ਕਿ ਅਸੀਂ ਖੜ੍ਹ ਕੇ ਬੋਲ ਨਹੀਂ ਸਕਦੇ, ਸਾਡੇ ਅੰਦਰ ਕੌਨਫੀਡੈਂਸ ਨਹੀਂ ਸੀ। ਸੋ ਮੈਂ ਸਮਝਦਾ ਵੀ ਇਹ ਨਹਿਰੂ ਯੁਵਾ ਕੇਂਦਰ ਦਾ ਬਹੁਤ ਵੱਡਾ ਯੋਗਦਾਨ ਰਿਹਾ ਸਾਡੇ ਇਹਦੇ ਵਿੱਚ। ਸੋ ਉਸ ਤੋਂ ਬਾਅਦ ਜਿਹੜਾ ਅਸੀਂ ਬਲੱਡ ਡੋਨੇਸ਼ਨ ਨਾਲ ਜੁੜੇ ਹਾਂ, ਹੋਰ ਜਿਹੜੀਆਂ ਗਤੀਵਿਧੀਆਂ ਸੀ ਸੋਸ਼ਲ, ਉਹਨਾਂ ਦੇ ਨਾਲ ਜੁੜੇ ਹਾਂ, ਨੌਜਵਾਨਾਂ ਦੇ ਵਿੱਚ ਯੂਥ ਕਲੱਬਾਂ 'ਚ ਕੰਮ ਕਰਨ ਦੇ ਲਈ। ਸੋ ਉਹ ਜਿਹੜਾ ਜਜ਼ਬਾ ਸੀਗਾ ਅੱਜ, ਉਹਦੇ ਕਰਕੇ ਮੈਂ ਲਗਭਗ 60 ਵਾਰ ਜਿਹੜਾ ਹੁਣ ਤੱਕ ਖੂਨਦਾਨ ਕਰ ਚੁੱਕਾ ਮੈਂ। ਸੋ ਹਰ 3 ਮਹੀਨੇ ਬਾਅਦ 6 ਮਹੀਨੇ ਬਾਅਦ ਜਿਹੜਾ ਬਲੱਡ ਡੋਨੇਟ ਕਰੀਦਾ, ਔਰ ਅੱਜ ਉਦੋਂ ਦਾ ਸ਼ੁਰੂ ਕੀਤਾ ਹੋਇਆ ਅੱਜ ਤੱਕ ਜਾਰੀ ਹੈ ਇਹ ਸਫ਼ਰ। ਸੋ ਉਸ ਤੋਂ ਬਾਅਦ ਸਕੂਲ ਦੇ ਵਿੱਚ ਬਹੁਤ ਮਿਹਨਤ ਕੀਤੀ ਐਜ਼ ਏ ਅਧਿਆਪਕ ਵੀ, ਐਜ਼ ਏ ਪ੍ਰਿੰਸੀਪਲ। ਚਲੋ ਮੈਂ ਪ੍ਰਿੰਸੀਪਲ ਤਾਂ ਨਹੀਂ ਸਮਝਦਾ, ਅੱਜ ਵੀ ਮੈਂ ਇੱਕ ਟੀਮ ਲੀਡਰ ਹੁੰਦਾ, ਉਹਦੇ 'ਚ ਬਾਕੀਆਂ ਦੇ ਸਹਿਯੋਗ ਦੇ ਨਾਲ ਤੁਸੀਂ ਕੰਮ ਕਰਨਾ ਹੁੰਦਾ। ਸੋ ਉਹਦੇ 'ਚ ਆਪਣੇ ਵੱਲੋਂ ਬੈਸਟ ਐਜੂਕੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਸਕੂਲ ਦੇ ਵਿੱਚ, ਬੱਚਿਆਂ ਨੂੰ ਵਧੀਆ ਐਜੂਕੇਟ ਕਰਨ ਦਾ ਸਾਡਾ ਹੁੰਦਾ ਕਿ ਬੱਚੇ ਸਾਡੇ ਜਿਹੜੇ ਤਰੱਕੀ ਕਰਨ। ਸਕੂਲ ਦੇ ਵਿੱਚ ਸਾਡੇ ਸਪੋਰਟਸ ਵਿੰਗ ਚੱਲਿਆ ਰਿਹਾ। ਸਪੋਰਟਸ ਵਿੰਗ ਜਿਹੜਾ ਹੈਗਾ ਉਹ ਕਬੱਡੀ ਦਾ, ਖੋ-ਖੋ ਦਾ, ਉਹਨਾਂ ਦੇ ਵਿੱਚ ਦਿਨ ਰਾਤ ਬੱਚੇ ਉੱਥੇ ਰਹਿੰਦੇ ਸੀਗੇ। ਸੋ ਉਹਨਾਂ ਲਈ ਵੀ ਅਸੀਂ ਆਪਣੀ ਜਿਹੜੀ ਸੇਵਾਵਾਂ ਜਿਹੜੀਆਂ ਦਿੰਦੇ ਰਹੇ ਆ, ਖੇਡਾਂ ਦੇ ਵਿੱਚ ਵੀ, ਪੜ੍ਹਾਈ ਦੇ ਵਿੱਚ ਵੀ, ਜਿੱਥੇ ਵੀ ਸਕੂਲ ਦੀ ਕਲਚਰ ਐਕਟੀਵਿਟੀ ਸੀ, ਸਾਡਾ ਸਕੂਲ ਹਰ ਖੇਤਰ ਦੇ ਵਿੱਚ ਅੱਗੇ ਜਿਹੜਾ ਮੱਲਾ ਮਾਰਦਾ ਰਿਹਾ। ਤੇ ਜੇਕਰ ਗੱਲ ਕੀਤੀ ਜਾਵੇ ਸਟਾਫ ਦੀ, ਕਿਉਂਕਿ ਤੁਸੀਂ ਦੱਸਿਆ ਕਿ ਮੈਨੇਜਮੈਂਟ ਦੇ ਅੰਡਰ ਜਿਹੜਾ ਸਕੂਲ ਹੈ, ਕਿਵੇਂ ਦੀ ਜਿਹੜੀਆਂ ਫੇਸਿਸ ਨੇ ਉਹਨਾਂ ਨੂੰ ਕਰਨੇ ਪੈਂਦੇ ਨੇ ਸਟਾਫ ਨੂੰ ਜੀ? ਦੇਖੋ, ਜਦੋਂ ਤੁਸੀਂ ਇੱਕ ਟੀਚਰ ਦੇ ਤੌਰ ਤੇ, ਅਧਿਆਪਕ ਦੇ ਤੌਰ ਤੇ ਕੰਮ ਕਰਨਾ ਹੈ ਤਾਂ ਉੱਥੇ ਕੁਝ ਹੋਰ ਤਰ੍ਹਾਂ ਦੀਆਂ ਚੁਣੌਤੀਆਂ ਹੈ, ਉੱਥੇ ਸਾਡਾ ਉਦੇਸ਼ ਕੁਝ ਹੋਰ ਹੁੰਦਾ ਹੈ। ਜਦੋਂ ਤੁਸੀਂ ਇੱਕ ਉਹਦੀ ਟੀਮ ਦੇ ਲੀਡਰ ਦੇ ਤੌਰ ਤੇ ਕੰਮ ਕਰਦੇ ਆ ਤੇ ਉਹਦੇ 'ਚ ਬਹੁਤ ਸਾਰੀਆਂ ਚੁਣੌਤੀਆਂ ਹੁੰਦੀਆਂ, ਜਿਵੇਂ ਸਾਡਾ ਸਕੂਲ ਗਵਰਨਮੈਂਟ ਏਡਡ ਸਕੂਲ ਹੈ। ਸੋ ਉਹਦੇ 'ਚ ਬਹੁਤ ਸਾਰੀਆਂ ਸਮੱਸਿਆਵਾਂ ਵੀ ਆਉਂਦੀਆਂ ਹੈ। ਅੱਜ ਕੱਲ੍ਹ ਦਾ ਜਿਵੇਂ ਸਮਾਂ ਚੱਲ ਰਿਹਾ, ਅੱਜ ਕੱਲ੍ਹ ਜਿਹੜਾ ਟੈਕਨੋਲੋਜੀ ਦਾ ਸਮਾਂ ਹੈ, ਬੱਚਿਆਂ ਨੂੰ ਨਵੀਂ ਟੈਕਨੋਲੋਜੀ ਦੇ ਨਾਲ ਜੋੜਨਾ, ਸਕੂਲ ਦੇ ਵਿੱਚ ਇਹ ਨਵੀਆਂ ਟੈਕਨੋਲੋਜੀ ਲੈ ਕੇ ਆਉਣੀਆਂ। ਸੋ ਕਿਸ ਤਰ੍ਹਾਂ ਅਸੀਂ ਇਹਨੂੰ ਬੈਟਰ ਕਰ ਸਕਦੇ ਹਾਂ, ਇਹ ਵੱਡੀਆਂ ਚੁਣੌਤੀਆਂ ਹੈ, ਚਲਾਉਣਾ ਬੜਾ ਔਖਾ ਹੈ ਪ੍ਰਾਈਵੇਟ ਸੰਸਥਾਵਾਂ ਨੂੰ ਤਾਂ ਖਾਸ ਕਰਕੇ। ਸੋ ਉਹਨਾਂ ਚੁਣੌਤੀਆਂ ਨੂੰ ਵੀ ਅਸੀਂ ਫੇਸ ਕੀਤਾ ਬਹੁਤ ਸਾਰਾ। ਸੋ ਉਸ ਤੋਂ ਬਾਅਦ ਚਲੋ ਅੱਛਾ ਕੰਮ ਕੀਤਾ, ਅਤੇ ਉਹਦੇ ਕਰਕੇ 2015 ਦੇ ਵਿੱਚ ਮੈਨੂੰ ਪੰਜਾਬ ਸਰਕਾਰ ਵੱਲੋਂ ਬੈਸਟ ਟੀਚਰ ਦਾ ਅਵਾਰਡ ਜਿਹੜਾ ਸੀ ਮਿਲਿਆ ਸੀ, ਸਟੇਟ ਅਵਾਰਡ ਦੇ ਨਾਲ ਮੈਨੂੰ ਜਿਹੜਾ ਨਵਾਜਿਆ ਗਿਆ ਸੀ 2015 'ਚ। ਤੇ ਜੇਕਰ ਗੱਲ ਕੀਤੀ ਜਾਵੇ ਸ਼ੌਂਕ ਦੀ, ਇਸ ਤੋਂ ਇਲਾਵਾ ਕਿਹੜੇ ਕਿਹੜੇ ਸ਼ੌਂਕ ਰੱਖਦੇ ਹੋ? ਤੁਸੀਂ ਦੱਸਿਆ ਸੀ ਕਿ ਮਾਸਟਰ ਜਿਹੜੀ ਜਰਨਲਿਜ਼ਮ ਵੀ ਤੁਸੀਂ ਕੀਤੀ ਹੋਈ ਹੈ, ਕਦੇ ਹੋਇਆ ਵੀ ਹਾਂ ਵੀ ਪ੍ਰਿੰਟ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਲਈ ਕੋਈ ਲਿਖਿਆ ਹੋਵੇ, ਜਾਂ
ਕੰਮ ਕਰਦੇ ਹੋਵੋਗੇ ਉਹਨਾਂ ਨਾਲ? ਦੇਖੋ ਜਿਹੜੀ ਐਜੂਕੇਸ਼ਨ ਸੀ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਮੈਂ ਆਪਣੇ ਸਾਰੇ ਜੀਵਨ ਦੀ ਜਿਹੜੀ ਮੇਰੀ ਐਜੂਕੇਸ਼ਨ ਹੈ ਉਹ ਪ੍ਰਾਈਵੇਟ ਕੀਤੀ, ਮੈਂ ਜਾਂ ਕੋਰਸਪੋਂਡੈਂਸ ਐਜੂਕੇਸ਼ਨ ਕੀਤੀ ਹੈ, ਕਿਉਂਕਿ ਮੈਂ ਜੌਬ 'ਚ ਜਲਦੀ ਆ ਗਿਆ ਸੀ ਛੋਟੀ ਏਜ 'ਚ। ਪਰ ਇਸ ਕਰਕੇ ਮੈਨੂੰ ਜਿਹੜਾ ਜ਼ਿਆਦਾਤਰ ਮੌਕਾ ਜਿਹੜਾ ਪੜ੍ਹਨ ਦਾ ਰੈਗੂਲਰ ਨਹੀਂ ਮਿਲਿਆ, ਪਰ ਫਿਰ ਵੀ ਮੈਂ ਆਪਣੀ ਐਜੂਕੇਸ਼ਨ ਛੱਡੀ ਨਹੀਂ ਹੈ। ਮੈਂ ਐਮਏ ਹਿਸਟਰੀ ਕਰਨ ਤੋਂ ਬਾਅਦ ਐਮਏ ਪੰਜਾਬੀ ਵੀ ਕੀਤੀ ਹੈ। ਐਮਏ ਪੰਜਾਬੀ ਤੋਂ ਬਾਅਦ ਜਿਹੜੀ ਹੈਗੀ ਆ ਮੈਂ ਜਰਨਲਿਜ਼ਮ ਵੀ ਕੀਤੀ ਹੈ, ਮੈਂ ਐਮਐਡ ਵੀ ਕੀਤੀ ਹੈ, ਐਮਫਿਲ ਵੀ ਕੀਤੀ ਹੈ। ਸੋ ਐਮਫਿਲ ਤੱਕ ਮੈਂ ਪੀਐਚਡੀ ਲਈ ਵੀ ਰਜਿਸਟ੍ਰੇਸ਼ਨ ਕਰਾਈ ਸੀ, ਪਰ ਉਹ ਕਿਸੇ ਕਾਰਨ ਮੇਰੀ ਸਿਰੇ ਨਹੀਂ ਚੜ੍ਹ ਸਕੀ। ਤੇ ਉਹ ਜਿਹੜਾ ਸਫ਼ਰ ਸੀਗਾ ਐਜੂਕੇਸ਼ਨ ਦਾ, ਮੈਂ ਛੱਡਿਆ ਨਹੀਂ ਹੈ। ਹਰ ਸਾਲ ਮੈਂ ਇੱਕ ਡਿਗਰੀ ਜਿਹੜੀ ਹੈ, ਨਵੀਂ ਡਿਗਰੀ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਤੇ ਜੇਕਰ ਗੱਲ ਲਿਖਣ ਦੀ ਕੀਤੀ ਜਾਵੇ ਅਖਬਾਰਾਂ ਨੂੰ ਜੀ, ਹਾਂ, ਉਹਦੇ ਲਈ ਮੈਂ ਜਿਹੜਾ ਤੁਸੀਂ ਦੱਸਿਆ ਬਿਲਕੁਲ ਜਰਨਲਿਜ਼ਮ ਜਿਹੜਾ ਹੈ, ਪੱਤਰਕਾਰੀ ਦਾ ਜਿਹੜਾ ਸੀਗਾ ਉਹਦਾ ਸ਼ੌਕ ਸੀ, ਮੈਨੂੰ ਲਿਖਣ ਦਾ ਸ਼ੌਕ ਸੀਗਾ। ਉਹਦੇ ਲਈ ਫਿਰ ਮੈਂ ਜਰਨਲਿਜ਼ਮ ਵੀ ਕੀਤੀ, ਮੈਂ ਮਾਸਟਰ ਇਨ ਜਰਨਲਿਜ਼ਮ ਜਿਹੜੀ ਆ ਉਹ ਵੀ ਕੀਤੀ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਤੇ ਉਸ ਤੋਂ ਬਾਅਦ ਫਿਰ ਮੈਂ ਜਿਹੜਾ ਲਗਭਗ ਸਨ 2000 ਤੋਂ ਰੋਜ਼ਾਨਾ ਅਜੀਤ ਲਈ ਲਿਖਿਆ, ਹੋਰ ਅਖਬਾਰਾਂ ਲਈ ਵੀ ਲਿਖਿਆ, ਪਰ ਅਜੀਤ ਲਈ ਮੈਂ ਲਿਖਦਾ ਰਿਹਾ, ਹੁਣ ਵੀ ਕੰਮ ਕਰ ਰਹੇ ਹਾਂ ਅਜੀਤ ਦੇ ਲਈ। ਸੋ ਬੜਾ ਵਧੀਆ ਅਦਾਰਾ ਅਜੀਤ ਕਰਕੇ ਅੱਜ ਸਾਡਾ ਨਾਂ ਜਿਹੜਾ ਹੈ। ਤੇ ਜੇਕਰ ਗੱਲ ਕੀਤੀ ਜਾਵੇ ਵਿਦਿਆਰਥੀਆਂ ਦੇ ਵਿਕਾਸ ਦੀ, ਕਿਉਂਕਿ ਤੁਸੀਂ ਦੱਸਿਆ ਕਿ ਸਪੋਰਟਸ ਵਿੰਗ ਤੁਹਾਡੇ ਸਕੂਲ 'ਚ ਚੱਲ ਰਹੇ ਨੇ, ਹੋਰ ਕਿਹੜੇ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜੋ ਵਿਦਿਆਰਥੀਆਂ ਦਾ ਜਿਹੜਾ ਸਰਬਪੱਖੀ ਵਿਕਾਸ ਕੀਤਾ ਜਾ ਸਕੇ? ਦੇਖੋ, ਉਹਦੇ 'ਚ ਅਸੀਂ ਹਰ ਪੱਖ ਤੋਂ ਹੀ ਹੈ, ਚਾਹੇ ਉਹ ਖੇਡਾਂ ਦੀ ਗੱਲ ਕਰ ਲਓ, ਚਾਹੇ ਉਹ ਐਨਐਸਐਸ ਦੀ ਗੱਲ ਹੈ, ਚਾਹੇ ਉਹ ਬੱਚਿਆਂ ਦੀ ਕਲਚਰਲ ਐਕਟੀਵਿਟੀ ਦੀ ਗੱਲ ਹੈ। ਸਾਡੇ ਜਿਹੜੇ ਬੱਚੇ ਆ ਉਹ ਡਿਸਟ੍ਰਿਕਟ ਲੈਵਲ 'ਤੇ ਭਾਸ਼ਣ ਮੁਕਾਬਲੇ ਹੋਏ ਆ, ਸਟੇਟ ਲੈਵਲ 'ਤੇ ਹੋਏ ਆ, ਉਹਨਾਂ 'ਚ ਵੀ ਸਾਡੇ ਸਕੂਲ ਦੇ ਜਿਹੜੇ ਬੱਚੇ ਉਹਨੇ ਮੱਲਾਂ ਮਾਰੀਆਂ। ਈਵਨ ਕਿ ਖਾਲਸਾ ਕਾਲਜ ਅਨੰਦਪੁਰ ਸਾਹਿਬ ਨੇ ਜਦੋਂ ਵੀ ਫੰਕਸ਼ਨ ਆਪਣੇ ਕੰਪੀਟੀਸ਼ਨ ਕਰਾਏ ਆ, ਸਾਡੇ ਬੱਚੇ ਉੱਥੇ ਮੈਡਲ ਲੈ ਕੇ ਆਉਂਦੇ ਰਹੇ ਆ। ਸੋ ਕੁਇਜ਼ ਮੁਕਾਬਲੇ ਹੋਏ ਆ, ਉਹਨਾਂ ਦੇ ਵਿੱਚ ਵੀ ਜਿਹੜੇ ਸਾਡੇ ਬੱਚਿਆਂ ਨੇ ਜਿਹੜੇ ਮੋਹਰੀ ਸਥਾਨ ਹਾਸਲ ਕੀਤੇ। ਤੇ ਜੇਕਰ ਗੱਲ ਕੀਤੀ ਜਾਵੇ ਕਰੋਨਾ ਮਹਾਮਾਰੀ ਦੀ, ਕਿਉਂਕਿ ਮੌਜੂਦਾ ਦੌਰ ਜਿਹੜਾ ਕਰੋਨਾ ਦੇ ਨਾਲ ਜੂਝ ਰਿਹਾ ਹੈ, ਤੇ ਉਸ ਸਮੇਂ ਜਿਹੜਾ ਐਜੂਕੇਸ਼ਨ ਨੂੰ ਲੈ ਕੇ ਕਿਸ ਤਰੀਕੇ ਦੇ ਜਿਹੜੇ ਉਪਰਾਲੇ ਕੀਤੇ ਗਏ ਨੇ ਸਕੂਲ ਵੱਲੋਂ? ਦੇਖੋ, ਕਰੋਨਾ ਦੇ ਨਾਲ ਇੱਕ ਬੜੀ ਸਮੱਸਿਆ ਜਿਹੜੀ ਹੈ ਸਿੱਖਿਆ ਦੇ ਵਿੱਚ ਸਮਝਦਾ ਮੈਂ, ਇੱਕ ਨਵੀਂ ਚੁਣੌਤੀ ਹੈ। ਸੋ ਇਸ ਚੁਣੌਤੀ ਨੂੰ ਜਿਹੜਾ ਸਾਹਮਣਾ ਕਰਨਾ ਪੈਣਾ ਸੀ। ਅਸੀਂ ਤਾਂ ਜਦੋਂ ਮਾਰਚ ਵਿੱਚ ਲੋਕਡਾਊਨ ਹੋਇਆ ਸੀ, ਉਸ ਵੇਲੇ ਹੀ ਸਾਨੂੰ ਲੱਗਦਾ ਸੀ ਸਕੂਲ ਨਹੀਂ ਖੁੱਲ੍ਹਣੇ। ਸੋ ਅਸੀਂ ਉਸੇ ਵੇਲੇ ਤਿਆਰੀ ਕਰ ਲਈ ਸੀ, ਮੇਰਾ ਸਟਾਫ ਜਿਹੜਾ ਸੀਗਾ ਸਾਰਿਆਂ ਨੇ ਹੀ ਇਹ ਤਿਆਰੀ ਕਰ ਲਈ ਸੀ ਕਿ ਆਪਾਂ ਬੱਚਿਆਂ ਨੂੰ ਘਰ ਬੈਠੇ ਹੀ ਐਜੂਕੇਸ਼ਨ ਦੇਣੀ ਹੈ। ਸੋ ਅਸੀਂ ਉਦੋਂ ਤੋਂ ਹੀ ਅਪ੍ਰੈਲ ਮਹੀਨੇ ਤੋਂ ਹੀ ਅਸੀਂ ਕੰਟੀਨਿਊ ਜਿਹੜਾ ਬੱਚਿਆਂ ਨੂੰ ਆਨਲਾਈਨ ਜਿਹੜੀ ਸਟੱਡੀ ਦੇ ਰਹੇ ਹਾਂ, ਔਰ ਉਹਨਾਂ ਬੱਚਿਆਂ ਦੇ ਨਾਲ ਸਾਡੇ ਨਾਲ ਰਾਬਤਾ ਹੈ, ਉਹਨਾਂ ਨਾਲ ਮੀਟਿੰਗਾਂ ਕਰਦੇ ਹਾਂ, ਪੇਰੈਂਟਸ ਨਾਲ ਮੀਟਿੰਗ ਹੁੰਦੀ ਹੈ, ਆਨਲਾਈਨ ਟੱਚ 'ਚ ਹੈ ਸਾਡੇ ਬੱਚੇ, ਤੇ ਉਹਨਾਂ ਨੂੰ ਹਰ ਰੋਜ਼ ਸਾਡੇ ਟੀਚਰ ਜਿਹੜੇ ਆ ਆਨਲਾਈਨ ਸਟੱਡੀ ਕਰਾ ਰਹੇ ਆ। ਤੇ ਜੇਕਰ ਗੱਲ ਕੀਤੀ ਜਾਵੇ ਸਿੱਖਿਆ ਦੀ, ਤੇ ਸਿੱਖਿਆ ਦੇ ਵਿੱਚ ਕਿਵੇਂ ਦੀਆਂ ਚੁਣੌਤੀਆਂ ਜਿਹੜੀਆਂ ਤੁਸੀਂ ਦੇਖਦੇ ਹੋ, ਜਾਂ ਹੁਣ ਹੋਵੇ ਜਾਂ ਭਵਿੱਖ ਵਿੱਚ? ਦੇਖੋ, ਸਿੱਖਿਆ ਤਾਂ ਇੱਕ ਬਹੁਤ ਵੱਡਾ ਫੀਲਡ ਹੈ। ਇਹਦੇ 'ਚ ਮਤਲਬ ਬੜੇ ਤਜਰਬੇ ਹੋਏ ਆ, ਹਰ ਖੇਤਰ 'ਚ ਤਜਰਬੇ ਹੋ ਰਹੇ ਆ। ਸੋ ਇਹ ਵੀ ਇੱਕ ਮੈਂ ਸਮਝਦਾ ਜਿਵੇਂ ਅੱਜ ਦਾ ਦੌਰ ਚੱਲਿਆ ਹੁਣ ਕਰੋਨਾ ਵਾਇਰਸ ਕਰਕੇ, ਆਪਾਂ ਦੇਖਦੇ ਹਾਂ ਕਿ ਜਿਹੜਾ ਸੈਸ਼ਨ ਅਪ੍ਰੈਲ 'ਚ ਸ਼ੁਰੂ ਹੋਣਾ ਸੀ ਹਜੇ ਤੱਕ ਸ਼ੁਰੂ ਨਹੀਂ ਹੋਇਆ, ਭਾਵੇਂ ਅਸੀਂ ਪੜ੍ਹਾ ਰਹੇ ਹਾਂ ਆਨਲਾਈਨ। ਜੋ ਇੰਟਰੈਕਸ਼ਨ ਅਸੀਂ ਕਲਾਸਰੂਮ 'ਚ ਕਰ ਸਕਦੇ ਹਾਂ, ਸ਼ਾਇਦ ਉਹ ਆਨਲਾਈਨ ਐਜੂਕੇਸ਼ਨ 'ਚ ਨਹੀਂ ਹੋ ਸਕਦੀ। ਇਹ ਇੱਕ ਚੁਣੌਤੀ ਹੈ। ਹੁਣ ਸਾਨੂੰ ਜਿਸ ਤਰ੍ਹਾਂ ਦੇ ਹਾਲਾਤ ਦਿਖਦੇ ਆ, ਉਹਦੇ ਲਈ ਸਾਨੂੰ ਇੱਕ ਅਧਿਆਪਕ ਵਰਗ ਨੂੰ ਮੈਂ ਸਮਝਦਾ ਵੀ ਅਸੀਂ ਇਸ ਯੋਗ ਸਾਨੂੰ ਬਣਨਾ ਪੈਣਾ ਕਿ ਅਸੀਂ ਬੱਚਿਆਂ ਨੂੰ ਆਨਲਾਈਨ ਕਿਸ ਤਰ੍ਹਾਂ ਪੜ੍ਹਾਉਣਾ ਹੈ, ਕਿਸ ਤਰ੍ਹਾਂ ਅਸੀਂ ਨਵੀਂ ਟੈਕਨੋਲੋਜੀ ਨੂੰ ਅਮਲ ਦੇ ਵਿੱਚ ਲਿਆਉਣਾ, ਤੇ ਕਿਸ ਤਰ੍ਹਾਂ ਬੈਟਰ ਐਜੂਕੇਸ਼ਨ ਆਪਾਂ ਦੇ ਸਕਦੇ ਹਾਂ। ਤੇ ਤੁਸੀਂ ਸਮਾਜ ਸੇਵਾ ਦੇ ਨਾਲ ਵੀ ਜੁੜੇ ਹੋਏ, ਤੁਸੀਂ ਦੱਸਿਆ ਕਿ ਬਲੱਡ ਡੋਨੇਟ ਕਰਦੇ ਹੋ, ਹੋਰ ਕਿਹੜੇ ਜਿਹੜੇ ਸਮਾਜ ਭਲਾਈ ਦੇ ਜਿਹੜੇ ਤੁਸੀਂ ਕੰਮ ਕਰਦੇ ਹੋ ਜੀ? ਦੇਖੋ, ਸਾਡਾ ਪ੍ਰੈਸ ਕਲੱਬ ਵੀ ਹੈ, ਨੂਰਪੁਰ ਬੇਦੀ ਪ੍ਰੈਸ ਕਲੱਬ ਹੈ। ਮੈਨੂੰ ਮੇਰੇ ਸਾਥੀਆਂ ਨੇ ਪ੍ਰਧਾਨ ਚੁਣਿਆ ਹੁਣੇ ਪਿਛਲੇ ਜਨਵਰੀ ਦੇ ਵਿੱਚ। ਸੋ ਅਸੀਂ ਪ੍ਰੈਸ ਕਲੱਬ ਵੱਲੋਂ ਹਰ ਸਾਲ ਨੂਰਪੁਰ ਬੇਦੀ ਪੀਰ ਬਾਬਾ ਜਿੰਦਾ ਸ਼ਹੀਦ ਦਾ ਮੇਲਾ ਲੱਗਦਾ, ਉਹਦੇ ਤੇ ਅਸੀਂ ਪਿਛਲੇ 10-11 ਸਾਲ ਤੋਂ ਕੰਟੀਨਿਊਸ ਜਿਹੜੇ ਹੈ ਬਲੱਡ ਡੋਨੇਸ਼ਨ ਕੈਂਪ ਲਗਾਉਂਦੇ ਹਾਂ, ਔਰ ਉਹਦੇ 'ਚ ਲਗਭਗ 100 ਦੇ ਕਰੀਬ ਜਿਹੜੇ ਡੋਨਰ ਹੈ ਉਹ ਉੱਥੇ ਆਉਂਦੇ ਆ। ਔਰ ਸਾਨੂੰ ਮਨਾ ਕਰਨਾ ਪੈਂਦਾ ਕਿਉਂਕਿ ਬਲੱਡ ਬੈਂਕ ਵਾਲਿਆਂ ਦੇ ਕੋਲ ਇੰਨਾ ਜਿਹੜਾ ਉਹ ਕੈਪੈਸਿਟੀ ਨਹੀਂ ਹੁੰਦੀ, ਤੇ ਇੰਨੇ ਮਤਲਬ ਡੋਨਰ ਉੱਥੇ ਆਉਂਦੇ ਆ। ਸੋ ਇਹ ਇੱਕ ਸਾਡਾ ਪ੍ਰੈਸ ਕਲੱਬ ਦਾ। ਇਸ ਤੋਂ ਬਿਨਾਂ ਅਸੀਂ ਬਤੌਰ ਪ੍ਰੈਸ ਕਲੱਬ ਵੱਲੋਂ ਵੀ ਜਿਹੜੀਆਂ ਬਹੁਤ ਸਾਰੀ ਐਕਟੀਵਿਟੀਆਂ ਕਰਦੇ ਹਾਂ। ਕਈ ਵਾਰ ਅਸੀਂ ਜਿਹੜੇ ਆ ਉਹਨਾਂ ਸ਼ਖਸੀਅਤਾਂ ਨੂੰ ਜਿਹੜੇ ਇਲਾਕੇ ਦੇ ਵਿੱਚ ਜਿਹੜਾ ਕਿਸੇ ਲਈ ਪ੍ਰੇਰਨਾ ਦਾ ਸਰੋਤ ਬਣ ਸਕੇ, ਜਿੰਨੇ ਵੀ ਸਾਡੀ ਯੰਗ ਜਨਰੇਸ਼ਨ ਹੈ, ਜਾਂ ਅਸੀਂ ਸਾਡੇ ਇਲਾਕੇ ਦਾ ਸਾਨੂੰ ਲੱਗਦਾ ਵੀ ਇਹ ਇੱਕ ਅੱਛਾ ਸ਼ਖਸੀਅਤ ਹੈ ਜਿਹਦੇ ਨਾਲ ਦੂਜੇ ਬੱਚਿਆਂ ਨੂੰ ਪ੍ਰੇਰਨਾ ਮਿਲ ਸਕਦੀ ਹੈ, ਅਸੀਂ ਉਹਨਾਂ ਨੂੰ ਉੱਥੇ ਸਨਮਾਨਿਤ ਕਰਵਾਉਂਦੇ ਹਾਂ, ਇੱਕ ਵਧੀਆ ਸ਼ਖਸੀਅਤ ਨੂੰ ਬੁਲਾਉਂਦੇ ਹਾਂ, ਔਰ ਉੱਥੇ ਲਿਆ ਕੇ ਉਹਨਾਂ ਸਾਰੇ ਲੋਕਾਂ ਨੂੰ, ਸਾਰੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ 'ਤੇ ਅਸੀਂ ਉੱਥੇ ਉਹਨਾਂ ਦਾ ਸਨਮਾਨ ਕਰਵਾਉਂਦੇ ਹਾਂ। ਤੇ ਜੇਕਰ ਯੂਥ ਨੂੰ ਜਾਂ ਨੌਜਵਾਨਾਂ ਨੂੰ ਕੋਈ ਸੁਨੇਹਾ ਦੇਣਾ ਹੋਵੇ ਜੀ? ਦੇਖੋ, ਯੂਥ ਲਈ ਸੁਨੇਹਾ ਤਾਂ ਇਹੀ ਹੈ, ਅੱਜ ਜਿਵੇਂ ਅਸੀਂ ਦੇਖਦੇ ਹਾਂ ਕਿ ਹਰ ਪਾਸੇ ਚਿੱਟੇ ਦਾ ਦੌਰ ਆ ਗਿਆ ਜੀ, ਨਸ਼ਿਆਂ ਦੇ ਵਿੱਚ ਲੋਕ ਬੱਚੇ ਜਿਹੜੇ ਆ ਜ਼ਿਆਦਾ ਜਾ ਰਹੇ ਆ, ਉਹ ਸਮਝਦਾ ਵੀ ਉਹਨਾਂ ਦੇ ਲਈ ਇਹ ਖਤਰੇ ਦੀ ਘੰਟੀ ਹੈ। ਸੋ ਮੈਂ ਤਾਂ ਇਹੀ ਕਹੂੰਗਾ ਵੀ ਨੌਜਵਾਨ ਜਿਹੜੀ ਪੀੜ੍ਹੀ ਹੈ, ਉਹ ਵੈਸੇ ਤਾਂ ਬਹੁਤ ਸਾਰੇ ਨੌਜਵਾਨ, ਆਪਾਂ ਹੁਣ ਸਵੇਰ ਨੂੰ ਮੈਂ ਸਾਈਕਲਿੰਗ ਵੀ ਕਰਦੇ ਹਾਂ, ਅਸੀਂ ਜਾਈਦਾ ਸਾਈਕਲਿੰਗ ਕਰਨ, ਅਤੇ ਬਹੁਤ ਸਾਰੇ ਮੈਂ ਨੌਜਵਾਨ ਸਵੇਰ ਨੂੰ ਦੇਖਦਾ ਕਿ ਉਹ ਸੜਕਾਂ ਦੇ ਉੱਪਰ ਕੋਈ ਦੌੜ ਲਾ ਰਿਹਾ,
ਕੋਈ ਸੈਰ ਕਰ ਰਿਹਾ, ਕੋਈ ਸਾਈਕਲਿੰਗ ਕਰ ਰਿਹਾ। ਸਾਡੇ ਸਕੂਲ ਦੇ ਤੁਸੀਂ ਗਰਾਊਂਡ 'ਚ ਜਾ ਕੇ ਦੇਖ ਸਕਦੇ ਆ, ਡੀਏਵੀ ਸਕੂਲ ਦੇ ਸ਼ਾਮ ਨੂੰ ਤੁਹਾਨੂੰ ਮੇਲਾ ਲੱਗਿਆ ਮਿਲੂਗਾ ਉੱਥੇ ਬੱਚਿਆਂ ਦਾ। ਸੋ ਬੱਚੇ ਜਿਹੜੇ ਜਿਨ੍ਹਾਂ ਦੀ ਥੋੜ੍ਹੀ ਪ੍ਰੇਰਨਾ ਹੈ, ਬੱਚਿਆਂ ਦੇ ਪੇਰੈਂਟਸ ਜਾਗਰੂਕ ਹੈ, ਉਹ ਬੱਚਿਆਂ ਦੀ ਸਿਹਤ, ਔਰ ਬੱਚੇ ਵੀ ਮੈਂ ਸਮਝਦਾ ਕਾਫੀ ਹੱਦ ਤੱਕ ਜਿਹੜੇ ਹੈ ਉਹ ਜਾਗਰੂਕ ਹੈ ਆਪਣੀ ਸਿਹਤ ਦੇ ਵੱਲ। ਧੰਨਵਾਦ ਸਰ, ਧੰਨਵਾਦ। ਸੋ ਇਹ ਸਨ ਪ੍ਰਿੰਸੀਪਲ ਹਰਦੀਪ ਸਿੰਘ ਜੀ ਢੀਂਡਸਾ, ਜਿਨ੍ਹਾਂ ਨੇ ਆਪਣੇ ਜ਼ਿੰਦਗੀ ਦੇ ਨਿੱਜੀ ਤਜਰਬੇ ਸਾਡੇ ਨਾਲ ਸਾਂਝੇ ਕੀਤੇ ਅਤੇ ਉੱਥੇ ਹੀ ਸਿੱਖਿਆ ਬਾਰੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ। ਇੱਕ ਅਗਲੀ ਵਾਰ ਨਵੇਂ ਮਹਿਮਾਨ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਦਿਓ ਆਗਿਆ, ਧੰਨਵਾਦ।